बार फिर से ये मुद्दा गर्मा गया है इमिग्रेशन को लेकर के इस बार, लेकिन बदला ये है कि ओंटारियो के प्रीमियर साहब कह रहे हैं कि नौकरियां हैं, दे सकते हैं। जो असाइलम सीकर्स हैं, पिछले साल 1 लाख असाइलम सीकर्स सिर्फ ओंटारियो प्रोविंस में थे, उनको 2 साल का टाइम क्यों लग रहा है वर्क परमिट? ਅਦਰ ਦੈਨ ਕਿ ਤੁਸੀਂ ਕਿਸੇ ਰਿਫਿਊਜੀ ਨੂੰ ਆਏ ਹੋਏ ਨੂੰ ਇੱਥੇ ਬੈਠ ਕੇ ਉਹਨੂੰ ਤੁਸੀਂ ਭੱਤੇ ਦੇ ਰਹੇ ਹੋ, ਤੁਸੀਂ ਉਹਨਾਂ ਨੂੰ ਪੇ ਕਰਦੇ ਹੋ, ਤੁਸੀਂ ਉਹਨਾਂ ਦਾ ਹੋਟਲਾਂ 'ਚ ਰਹਿਣ ਦਾ ਖਰਚਾ ਵੀ ਕਰਦੇ ਹੋ, ਤੇ ਫਿਰ ਕਿਉਂ ਨਾ ਉਹਨਾਂ ਨੂੰ ਵਰਕ ਪਰਮਿਟ ਦਿੱਤੇ ਜਾਣ? ਉਹ ਕੰਮ ਕਰਨ ਨੂੰ ਜੇ ਰਾਜ਼ੀ ਨੇ, ਜੇ ਤੰਦਰੁਸਤ ਨੇ, ਤਾਂ ਫਿਰ ਕੰਮ ਕਰਨ। यहाँ पहली बार एक प्रीमियर बोल रहे हैं हम तो चाहते हैं कि वो अपना घर भी खरीदें और यहाँ पे काम भी करें। पहली बार मतलब कुछ पॉजिटिव एक शायद ਟਰੱਕਿੰਗ ਇੰਡਸਟਰੀ ਦੀ ਮੈਂ ਖਾਸ ਕਰਕੇ ਇਸ ਕਰਕੇ ਗੱਲ ਕਰਦੀ ਹਾਂ ਕਿਉਂਕਿ ਆਪਣਾ ਬਹੁਤ ਸਾਰਾ ਭਾਈਚਾਰਾ ਵੀ ਇਹਦੇ 'ਚ। ਤੇ ਬਾਕੀ ਮੈਨੂੰ ਟੋਰਾਂਟੋ ਜਾਣ ਦਾ ਮੌਕਾ ਮਿਲਿਆ, ਕੁਬੈਕ ਵੀ ਮੈਂ ਗਈ, ਤਾਂ ਜਿੰਨਾ ਵੀ ਮੈਂ ਦੇਖਿਆ ਟਰੱਕਿੰਗ ਇੰਡਸਟਰੀ ਦੇ ਵਿੱਚ ਆਪਣੇ ਕੰਮ ਬਹੁਤ ਆ, ਪਰ ਉਹ ਲੋਕ ਹੁਣ ਕਹਿੰਦੇ ਨੇ ਕਿ ਸਾਡੇ ਕੰਮ ਜਿਹੜੇ ਨੇ ਉਹ ਜਾਂਦੇ ਲੱਗੇ। ਸੋ ਇਸ ਸਿਚੁਏਸ਼ਨ ਦੇ ਵਿੱਚ ਜਦੋਂ ਪੱਕਾ ਬੰਦਾ ਅਫੋਰਡ ਨਹੀਂ ਕਰਦਾ, ਉਹਦੇ ਕੋਲ ਜੌਬ ਨਹੀਂ, ਉਹ ਮੌਕੇ ਦੇ ਉੱਤੇ ਤੁਸੀਂ ਫਿਰ ਅਸਾਈਲਮ ਸੀਕਰਸ ਨੂੰ 2-2 ਸਾਲ ਦੇ ਵਰਕ ਪਰਮਿਟ ਦੇ ਕੇ ਉਹਨਾਂ ਨੂੰ ਕੰਮਾਂ ਤੇ ਭੇਜੋਗੇ, ਤੇ ਜਿਹੜਾ ਬੰਦਾ ਪਹਿਲਾਂ ਇੱਥੇ ਰਹਿ ਰਿਹਾ ਉਹਦੇ ਕੋਲ ਕੰਮ ਹੈਗਾ। ਸੋ ਬਾਕੀ के पास टीचिंग में नहीं है लेकिन उनका हेल्थ केयर में है या फिर टेक्निकल क्लास में है, वो तो मुझे नहीं देगी परमिट, तो लेकिन फेडरल गवर्नमेंट दे देती नहीं। ਫੈਡਰਲ ਗਵਰਨਮੈਂਟ ਤੋਂ ਕਹੋਗੀ ਤੁਸੀਂ ਮੈਂ ਨਹੀਂ ਕੁਬੈਕ ਆ ਕੇ ਕੰਮ ਕਰਨਾ। हाँ वे फ्रेंड सीख ये डगफोर्ड साहब ने जो कल फरमाया था और उस पर हमने थोड़ी बहुत बात की थी, लेकिन आज थोड़ा सा तफसील में मैं इसलिए बात करना चाह रहा हूँ क्योंकि एक बार फिर से ये मुद्दा गर्मा गया है इमिग्रेशन को लेकर के इस बार, लेकिन बदला ये है कि ओंटारियो के प्रीमियर साहब कह रहे हैं कि नौकरियां हैं, दे सकते हैं। जो असाइलम सीकर्स हैं, पिछले साल 1 लाख असाइलम सीकर्स सिर्फ ओंटारियो प्रोविंस में थे, उनको 2 साल का टाइम क्यों लग रहा है वर्क परमिट मिलने में? मनदीप जी से बात करते हैं। सत श्री अकाल जी। आयनु मनदीप जी। ਸਤਿ ਸ਼੍ਰੀ ਅਕਾਲ मैनी, थैंक यू सो मच। एक बार फिर से गर्मा गया है, कह रहे हैं $200 से $250 एक दिन का होटल का खर्चा आता है एक रेफ्यूजी का या एक असाइलम सीकर का। 2 साल तक अगर इनको देना पड़ जाए तो कितना बड़ा खर्चा है प्रोविंस का। ब्रिटिश कोलंबिया में भी यही हाल है, हो सकता है थोड़ा बहुत फर्क हो। जब नौकरियां दे सकते हैं बोल रहे हैं, क्यों प्रोविंसेस को इजाजत ना दी जाए अपने वर्क परमिट्स इशू करने की? आपके क्या ख्याल है इस पर? मैंने मेरा अपना पर्सनल ओपीनियन आ, हो सकता कि कई लोग ਇਹਦੇ ਨਾਲ ਸਹਿਮਤ ਨਾ ਵੀ ਹੋਣ, ਜ਼ਰੂਰੀ ਨਹੀਂ ਹੈਗਾ, ਪਰ ਜਦੋਂ ਇੱਕ ਪ੍ਰੋਵਿੰਸ ਆਪਣੇ ਆਪ ਇਹ ਡਿਸਾਈਡ ਕਰ ਸਕਦਾ ਕਿ ਉਹਨੂੰ ਕਿਹੜੇ ਸੈਕਟਰ ਦੇ ਵਿੱਚ ਸਾਨੂੰ ਸਭ ਤੋਂ ਵੱਧ ਕੰਮ ਦੀ ਜ਼ਰੂਰਤ ਆ। ਜਦੋਂ ਤੁਸੀਂ ਹੁਣ ਅਲਬਰਟਾ ਜਾ ਕੇ ਆਏ ਹੋ, ਆਪਾਂ ਟੋਰਾਂਟੋ ਜਾ ਕੇ ਆਏ ਹਾਂ, ਕੁਬੈਕ ਜਾਂਦੇ ਹਾਂ, ਹਰ ਇੱਕ ਸੂਬੇ ਦੀ ਬਣਤਰ ਜਗ੍ਰਾਫਿਕਲੀ ਡਿਫਰੈਂਟ ਆ, ਤੇ ਉੱਥੇ ਜ਼ਰੂਰਤਾਂ ਉਸ ਹਿਸਾਬ ਦੀਆਂ, ਮੌਸਮ ਦੇ ਹਿਸਾਬ ਦੇ ਨਾਲ ਲਾ ਲਓ ਤਾਂ ਬੜੀਆਂ ਡਿਫਰੈਂਟ ਨੇ। ਜਿਹੜੀਆਂ ਚੀਜ਼ਾਂ ਅਲਬਰਟਾ ਦੇ ਵਿੱਚ ਗਰਮੀਆਂ 'ਚ ਹੁੰਦੀਆਂ ਨੇ, ਹੋ ਸਕਦਾ BC 'ਚੋਂ ਇੱਥੇ ਨਹੀਂ ਹੁੰਦੀਆਂ, ਓਂਟਾਰੀਓ ਵਾਲੇ ਸੋਚ ਵੀ ਨਹੀਂ ਸਕਦੇ। ਸੋ ਮੈਨੂੰ ਲੱਗਦਾ ਵੀ ਜੇ ਸਰਕਾਰਾਂ ਕੋਲ, ਸਗੋਂ ਸੂਬਿਆਂ ਦੇ ਕੋਲ ਆਪਣੀ ਮਨਮਰਜ਼ੀ ਹੋਵੇ ਨਾ, ਕਿ ਉਹ ਰਾਦਰ ਦੈਨ ਕਿ ਤੁਸੀਂ ਕਿਸੇ ਰਿਫਿਊਜੀ ਨੂੰ ਆਏ ਹੋਏ ਨੂੰ ਇੱਥੇ ਬੈਠ ਕੇ ਉਹਨੂੰ ਤੁਸੀਂ ਭੱਤੇ ਦੇ ਰਹੇ ਹੋ, ਤੁਸੀਂ ਉਹਨਾਂ ਨੂੰ ਪੇ ਕਰਦੇ ਹੋ, ਤੁਸੀਂ ਉਹਨਾਂ ਦਾ ਹੋਟਲਾਂ 'ਚ ਰਹਿਣ ਦਾ ਖਰਚਾ ਵੀ ਕਰਦੇ ਹੋ, ਤੇ ਫਿਰ ਕਿਉਂ ਨਾ ਉਹਨਾਂ ਨੂੰ ਵਰਕ ਪਰਮਿਟ ਦਿੱਤੇ ਜਾਣ? ਉਹ ਕੰਮ ਕਰਨ ਨੂੰ ਜੇ ਰਾਜ਼ੀ ਨੇ, ਜੇ ਤੰਦਰੁਸਤ ਨੇ, ਤਾਂ ਫਿਰ ਕੰਮ ਕਰਨ। ਵਧੀਆ, ਸਗੋਂ ਚੰਗੀ ਗੱਲ ਆ। ਟੈਕਸ ਪੇਅਰ ਦੀ ਮਨੀ ਦੇ ਉੱਤੇ ਬੈਠਣ ਤੋਂ ਬੈਟਰ ਆ ਕਿ ਤੁਸੀਂ ਆਪ ਦਾ ਹੱਡ ਹਿਲਾਓ, ਆਪ ਹੱਥੀਂ ਕੰਮ ਕਰਨ। बिल्कुल। और मनदीप जी, एक चीज जो मुझे अलग लगा इसमें, क्योंकि हर बार हम सुनते हैं लीडर्स की बात, वो कहते हैं कि भाई भगा देंगे, वापस भेज देंगे लोगों को। यहाँ पहली बार एक प्रीमियर बोल रहे हैं हम तो चाहते हैं कि वो अपना घर भी खरीदें और यहाँ पे काम भी करें। पहली बार मतलब कुछ पॉजिटिव एक शायद एक विजन दिखाया है फोर्ड साहब ने। आपको नहीं लगता है कि ये थोड़ा सा अलग है? इज रियली डिफरेंट। मैं भी कदे देखिया नहीं, बट आई मीन ਜਦੋਂ ਤੁਸੀਂ ਸੋਚਦੇ ਹੋ ਕਿ ਇੱਕ ਲੀਗਲ ਚੈਨਲ ਦੇ ਥਰੂ ਜਦੋਂ ਬੰਦਾ ਆਉਂਦਾ ਆ ਕੇ ਵਰਕ ਪਰਮਿਟ ਲੈਂਦਾ, ਤੇ ਉਹ ਬੰਦੇ ਨੂੰ ਵਰਕ ਪਰਮਿਟ ਲੈਣ ਵਾਸਤੇ ਜਦੋਂ ਇੰਨੀਆਂ ਵਿੱਚੋਂ ਉਹਦੇ ਕਿੰਨੀਆਂ ਉਹਦੇ ਅੜਚਨਾਂ ਆਉਂਦੀਆਂ ਨੇ, ਪਰ ਇੱਕ ਅਸਾਈਲਮ ਸੀਕਰ ਨੂੰ ਆਏ ਹੋਏ ਨੂੰ ਜੇ ਤੁਸੀਂ ਇਹਨੂੰ ਦੇਖੋ ਪੋਜ਼ਿਟਿਵ ਵੀ ਲੈ ਸਕਦੇ ਹੋ, ਤੁਸੀਂ ਇਹਨੂੰ ਨੈਗੇਟਿਵ ਵੀ ਲੈ ਸਕਦੇ ਹੋ। ਜਦੋਂ ਆਪਾਂ ਇਹ ਸੋਚਦੇ ਆ ਵੀ ਟੈਕਸ ਪੇਅਰ ਦੀ ਪੂੰਜੀ ਦੇ ਉੱਤੇ ਤੁਸੀਂ ਬਹਿ ਕੇ ਮੌਜਾਂ ਕਰਨੀਆਂ, ਹੋਟਲਾਂ 'ਚ ਰਹਿਣਾ, ਆਪਣੇ ਵਰਗਾ ਬੰਦਾ ਦਿਹਾੜੀ ਕਰਦਾ, ਆਪਣੇ ਟੈਕਸ ਦੇ ਵਿੱਚੋਂ ਇਹਨਾਂ ਨੂੰ ਆਪਾਂ ਬਹਿ ਕੇ ਖਵਾਉਂਦੇ ਆ, ਫਿਰ ਤਾਂ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਕੰਮ ਕਰਨਾ ਚਾਹੀਦਾ। ਪਰ ਜਦੋਂ ਦੂਜੀ ਸਿਚੁਏਸ਼ਨ ਆ, ਤੁਸੀਂ ਸੋਚਦੇ ਹੋ ਕਿ ਇੱਕ ਪ੍ਰੋਪਰ ਚੈਨਲ ਬਣਿਆ ਹੋਇਆ ਵਰਕ ਪਰਮਿਟ ਲੈਣ ਦਾ, ਜਾਂ ਤਾਂ ਤੁਸੀਂ ਆਪਦੀ ਕੰਟਰੀ ਤੋਂ ਵਰਕ ਪਰਮਿਟ ਲੈ ਕੇ ਆਓ, ਤੇ ਫਿਰ ਤੁਸੀਂ ਆ ਕੇ ਇਸ ਵਰਕ ਫੋਰਸ ਦੇ ਵਿੱਚ ਰਲਦੇ ਹੋ, ਜਾਂ ਤੁਸੀਂ ਸਟੂਡੈਂਟ ਉਦੋਂ ਬਾਅਦ ਤੁਹਾਨੂੰ ਵਰਕ ਪਰਮਿਟ ਮਿਲਦਾ, ਜਾਂ ਤੁਸੀਂ LMIA ਵਗੈਰਾ ਲੈਂਦੇ ਹੋ ਤੇ ਫਿਰ ਤੁਹਾਨੂੰ ਵਰਕ ਪਰਮਿਟ ਮਿਲਦਾ। ਇਹ ਸਿਚੁਏਸ਼ਨ ਦੋਨੇ ਪਾਸੇ ਲਾਗੂ ਹੁੰਦੀ ਆ ਜੇ ਤੁਸੀਂ ਦੇਖਦੇ ਹੋ ਡਗਫੋਰਡ ਵਾਲੀ ਸਾਈਡ ਤੋਂ, ਕਿਉਂਕਿ ਓਂਟਾਰੀਓ ਦੇ ਵਿੱਚ ਆਪਾਂ ਨੂੰ ਪਤਾ ਵੀ ਉਹ ਕਹਿੰਦੇ ਸਾਡੇ ਕੋਲ ਕੰਮ ਬਹੁਤ ਆ, ਅਸੀਂ ਦੇ ਸਕਦੇ ਹਾਂ।
ਪਰ ਇਹ ਵੀ ਗੱਲ ਦੇਖਣ ਵਾਲੀ ਰਹੂਗੀ ਵੀ ਉੱਥੇ ਫਿਰ ਜਿਹੜੇ ਲੋਕ ਰਹਿੰਦੇ ਨੇ ਪਹਿਲਾਂ ਉਹਨਾਂ ਕੋਲ ਨੌਕਰੀਆਂ ਹੈਗੀਆਂ ਨੇ ਇਹ ਇੰਪੋਰਟੈਂਟ ਰਾਈਟ, ਕਿਉਂਕਿ ਜਦੋਂ ਪਰਮਨੈਂਟ ਰੈਜ਼ੀਡੈਂਟਸ ਦੇ ਨਾਲ, ਸਿਟੀਜ਼ਨਸ ਦੇ ਨਾਲ ਗੱਲ ਕਰਦੇ ਹੋ, ਉਹ ਕਹਿੰਦੇ ਨੇ ਜੌਬ ਮਾਰਕੀਟ ਬਹੁਤ ਟਾਈਟ ਆ, ਸਾਨੂੰ ਤਾਂ ਆਪਦੀਆਂ ਨੌਕਰੀਆਂ ਨਹੀਂ ਮਿਲਦੀਆਂ। ਪੱਕੇ ਬੰਦੇ ਜਿਹੜੇ ਕੰਮ ਕਰਦੇ ਸੀ, ਜਿਹੜੇ ਬੰਦੇ ਟਰੱਕ ਚਲਾਉਂਦੇ ਆ, ਟਰੱਕਿੰਗ ਇੰਡਸਟਰੀ ਦੀ ਮੈਂ ਖਾਸ ਕਰਕੇ ਇਸ ਕਰਕੇ ਗੱਲ ਕਰਦੀ ਹਾਂ ਕਿਉਂਕਿ ਆਪਣਾ ਬਹੁਤ ਸਾਰਾ ਭਾਈਚਾਰਾ ਵੀ ਇਹਦੇ 'ਚ ਆ। ਤੇ ਬਾਕੀ ਮੈਨੂੰ ਟੋਰਾਂਟੋ ਜਾਣ ਦਾ ਮੌਕਾ ਮਿਲਿਆ, ਕੁਬੈਕ ਵੀ ਮੈਂ ਗਈ, ਤਾਂ ਜਿੰਨਾ ਵੀ ਮੈਂ ਦੇਖਿਆ ਟਰੱਕਿੰਗ ਇੰਡਸਟਰੀ ਦੇ ਵਿੱਚ ਆਪਣੇ ਕੰਮ ਬਹੁਤ ਆ, ਪਰ ਉਹ ਲੋਕ ਹੁਣ ਕਹਿੰਦੇ ਨੇ ਕਿ ਸਾਡੇ ਕੰਮ ਜਿਹੜੇ ਨੇ ਉਹ ਜਾਂਦੇ ਲੱਗੇ। ਸੋ ਇਸ ਸਿਚੁਏਸ਼ਨ ਦੇ ਵਿੱਚ ਜਦੋਂ ਪੱਕਾ ਬੰਦਾ ਅਫੋਰਡ ਨਹੀਂ ਕਰਦਾ, ਉਹਦੇ ਕੋਲ ਜੌਬ ਨਹੀਂ, ਉਹ ਮੌਕੇ ਦੇ ਉੱਤੇ ਤੁਸੀਂ ਫਿਰ ਅਸਾਈਲਮ ਸੀਕਰਸ ਨੂੰ 2-2 ਸਾਲ ਦੇ ਵਰਕ ਪਰਮਿਟ ਦੇ ਕੇ ਉਹਨਾਂ ਨੂੰ ਕੰਮਾਂ ਤੇ ਭੇਜੋਗੇ, ਤੇ ਜਿਹੜਾ ਬੰਦਾ ਪਹਿਲਾਂ ਇੱਥੇ ਰਹਿ ਰਿਹਾ ਉਹਦੇ ਕੋਲ ਕੰਮ ਹੈਗਾ। ਸੋ ਬਾਕੀ ਜਿਹੜੀ ਇਹ ਸਮਿਟ ਦੇ ਵਿੱਚ ਹੁਣ ਇਹਨਾਂ ਨੇ ਇਹਦੇ ਉੱਤੇ ਸਹਿਮਤੀ ਦਿੱਤੀ ਆ। ਡਗ ਫੋਰਡ ਨੇ ਤਾਂ ਸਿੱਧਾ ਕਿਹਾ, ਕਹਿੰਦੇ ਓਨਟਾਰੀਓ ਵਿਲ ਬੀ ਇਸ਼ੂਇੰਗ ਆਵਰ ਓਨ ਵਰਕ ਪਰਮਿਟਸ, ਅਸੀਂ ਤਾਂ ਕਹਿੰਦੇ ਲਵਾਂਗੇ। ਜਦ ਕਿ ਜਿਹੜੀ ਇਮੀਗ੍ਰੇਸ਼ਨ ਮਿਨਿਸਟਰ ਆ ਸਾਡੀ, ਉਹ ਇਹਦੇ ਨਾਲ ਸਹਿਮਤ ਨਹੀਂ ਹੋਈ ਹੈ, ਕਿਉਂਕਿ ਉਹਨਾਂ ਦਾ ਜਾਂ ਤਾਂ ਇਹੀ ਹੋਣਾ ਕਿ ਅਸਾਈਲਮ ਸੀਕਰ ਕਰਕੇ ਤੁਸੀਂ ਆਏ ਹੋ ਤੇ ਫਿਰ ਪ੍ਰੋਪਰ ਤੁਸੀਂ ਇਹਦੇ ਵਿੱਚੋਂ ਇਹਦੀ ਪੂਰੀ ਜਿਹੜੀ ਪਿੰਜਣੀ ਉਹਦੇ ਵਿੱਚੋਂ ਦੀ ਤੁਸੀਂ ਨਿਕਲੋ ਫਿਰ, ਕਿ ਪੂਰਾ ਟਾਈਮ ਜਦੋਂ ਤੁਹਾਨੂੰ ਲੱਗਦਾ ਤੇ ਇਹਨੂੰ ਤੁਸੀਂ पॉजिटिव भी ला सकते हो, नेगेटिव भी ला सकते। ये थोड़ा सा पेचीदा भी है क्योंकि देखिए इमिग्रेशन तो फेडरल गवर्नमेंट ही रेगुलेट करती है, नहीं आईआरसीसी के ज़रिए ही होता है, लेकिन मुझे फिर भी थोड़ा सा अजीब लगता है जैसे प्रोविंशियल नॉमिनेशन, जैसे चलिए ये तो वर्क परमिट का हो गया, असाइलम सीकर्स का हो गया, लेकिन कोई और भी अगर प्रोविंशियल नॉमिनेशन मांग रहा है, अगर मिल भी गया है, फिर भी बताया जाता है कि कोई गारंटी नहीं है क्योंकि फेडरल गवर्नमेंट हो सकता है रिजेक्ट कर दे। तो प्रोविंस ने नॉमिनेट किया और फेडरल लेवल पे जाकर के रिजेक्ट हो गया, ऐसा भी होता है, बहुत कम होता है शायद, लेकिन फिर भी होता है। तो ये प्रोविंसेस और फेडरल लेवल का ये तो खींचातानी तो चलती रहेगी मुझे लगता है, लेकिन फेडरल गवर्नमेंट भी इतनी आसानी से शायद ना दे इजाज़त। तो क्या ये अपने एंड पे अब बोल रहे हैं कि भाई हम तो अपना कर देंगे, तो ये किस्म का बगावत भी नहीं है? ਦੇਖੋ ਪ੍ਰੀਮੀਅਰ ਜਿਹੜੇ ਨੇ ਨਾ ਓਨਟਾਰੀਓ ਦੇ, ਡਗ ਫੋਰਡ ਨੇ, ਵੈਸੇ ਇੱਕ ਗੱਲ ਤਾਂ ਉਹਨਾਂ ਦੀ ਹੈਗੀ ਆ, ਉਹ ਨਾ ਜਿਹੜੀ ਚੀਜ਼ ਉਹਨਾਂ ਨੇ ਕਹਿਣੀ ਆ ਉਹ ਪੂਰੀ ਠੋਕ ਕੇ ਕਹਿ ਦਿੰਦੇ ਆ, ਤੇ ਡਰਦੇ ਡੁਰਦੇ ਤਾਂ ਕਿਸੇ ਤੋਂ ਹੈ ਨਹੀਂ। ਬਾਕੀ ਅਲਬਰਟਾ ਦੇ ਜਿਹੜੇ ਪ੍ਰੀਮੀਅਰ ਡੈਨੀਅਲ ਸਮਿਥ ਨੇ, ਉਹ ਵੀ ਇਹਨਾਂ ਦੇ ਨਾਲ ਇਸ ਚੀਜ਼ ਦੇ ਵਿੱਚ ਐਗਰੀ ਕਰਦੇ ਆ। ਪਰ ਮੈਨੂੰ ਲੱਗਦਾ ਵੀ ਜੇ ਇਹ ਚੀਜ਼ ਤੁਸੀਂ ਨਾਰਮਲ ਵਰਕ ਪਰਮਿਟ ਦੀ ਸਿਚੁਏਸ਼ਨ ਦੇ ਵਿੱਚ ਦੇਖਦੇ ਹੋ ਨਾ, ਦੈਨ ਇਟ ਵੁੱਡ ਮੇਕ ਮੋਰ ਸੈਂਸ ਰਾਦਰ ਦੈਨ ਅ ਕੇਸ ਆਫ ਅਸਾਈਲਮ ਸੀਕਰ। ਕਿਉਂਕਿ ਜੇ ਅਸਾਈਲਮ ਸੀਕਰ ਨੂੰ ਤੁਸੀਂ ਉਹਨਾਂ ਨੂੰ 2 ਸਾਲ ਦਾ ਵਰਕ ਪਰਮਿਟ ਛੇਤੀ ਦੇਣਾ, ਇਸ਼ੂ ਕਰ ਦੇਣਾ ਚਾਹੁੰਦੇ ਹੋ, ਪਹਿਲਾਂ ਫਿਰ ਆਪਣੇ ਸੂਬਿਆਂ ਨੂੰ ਇਹ ਵੀ ਮੇਕ ਸ਼ੋਰ ਕਰਨਾ ਪਊਗਾ ਕਿ ਪਹਿਲਾਂ ਤੁਸੀਂ ਆਪਣੇ ਸੂਬੇ ਦੇ ਇੰਪਲੋਇਮੈਂਟ ਸਟੈਟਿਸਟਿਕਸ ਕੱਢ ਕੇ ਦੇਖੋ ਕਿ ਸਾਡੀ ਕਿੰਨੀ ਲੇਬਰ ਪਹਿਲਾਂ ਇੱਥੇ ਭੁੱਖੀ ਬੈਠੀ ਆ। ਅਨਐਮਪਲੋਇਮੈਂਟ ਰੇਟ ਆਪਾਂ ਰੋਜ਼ ਕਰਦੇ ਹਾਂ, ਤੁਸੀਂ ਆਪਾਂ ਖਬਰਾਂ 'ਚ ਦੱਸਦੇ ਹਾਂ ਕਿੰਨੇ ਪੀਪਲ ਆਰ ਅਨਐਮਪਲੋਇਡ। 1.5 ਮਿਲੀਅਨ ਬੰਦਾ, 15 ਲੱਖ ਬੰਦਾ ਨੌਕਰੀ ਦੀ ਤਲਾਸ਼ ਦੇ ਵਿੱਚ ਆ, ਤੇ ਤੁਸੀਂ ਰਿਫਿਊਜੀਆਂ ਨੂੰ ਕਹੋਗੇ ਵੀ ਭਾਈ ਤੁਸੀਂ ਕੰਮ ਕਰ ਲਓ, ਤੇ ਵੇਅਰ ਵੁੱਡ ਦਿਸ ਗੋ? ਬਗਾਵਤ ਦਾ ਤਾਂ ਥੋੜਾ ਲੱਗਦਾ, ਕਿਉਂਕਿ ਓਨਟਾਰੀਓ ਦਾ ਸੂਬਾ ਵੈਸੇ ਸਾਡੀ GDP ਨੂੰ ਰਨ ਕਰਦਾ ਤਾਂ ਹੈਗਾ ਹੀ ਆ, ਕਿਉਂਕਿ ਜੇ ਓਨਟਾਰੀਓ ਆ ਕਰਨਾ ਚਾਹੂਗਾ ਤਾਂ ਮੈਨੂੰ ਲੱਗਦਾ ਵੀ ਕਾਰਨੀ ਦੀ ਸਰਕਾਰ ਉਹਨੂੰ ਕਰਨ ਦਊਗੀ, ਕਿਉਂਕਿ ਵੈਸੇ ਵੀ ਜਿਹੜਾ ਸੂਬਾ ਵੱਧ ਤੋਂ ਵੱਧ ਯੋਗਦਾਨ ਪਾਉਂਦਾ GDP ਦੇ ਵਿੱਚ, ਉਹਦਾ ਲਿਆ ਹੋਇਆ ਫੈਸਲਾ ਉਹਨੂੰ ਰੋਕ ਨਹੀਂ ਸਕਣਗੇ। GTA ਦੀ ਤੁਸੀਂ ਗੱਲ ਕਰਦੇ ਹੋ, ਪ੍ਰੋਪਰਟੀ ਟੈਕਸ ਦੀ ਗੱਲ ਕਰ ਲਓ ਤੁਸੀਂ, ਸਭ ਤੋਂ ਵੱਧ ਜਿਹੜਾ GTA ਇਨਵੈਸਟ ਕਰਦਾ ਪ੍ਰੋਪਰਟੀ ਟੈਕਸਾਂ ਦੇ ਵਿੱਚ। ਮੈਂ ਕਿਸ ਨਾਲ ਗੱਲ ਕਰਦੀ, ਉਹ ਕਹਿੰਦੇ ਵੀ 16 ਮਿਲੀਅਨ ਦੀ ਸਾਡੀ ਆਬਾਦੀ ਆ ਓਨਟਾਰੀਓ ਦੀ, ਤੇ ਓਨਟਾਰੀਓ ਦੇ ਵਿੱਚ ਕੱਲਾ ਦਾ ਕੱਲਾ ਪ੍ਰੋਪਰਟੀ ਟੈਕਸ ਤੋਂ ਹੀ ਤੁਸੀਂ ਲਾ ਲਓ ਸਰਕਾਰ ਨੂੰ ਕਿੰਨਾ ਪੈਸਾ ਬਣਦਾ ਹੋਣਾ। ਸੋ ਲਿਬਰਲ सरकार डग फोर्ड ना पंगा नहीं लेना चाहूँ। ये बात भी है, लेकिन इसका एक दूसरा पहलू भी है मनदीप जी, मैं बस सोच रहा हूँ क्योंकि अगर सूबे खुद से वर्क परमिट्स इशू करेंगे तो अब जैसे क्या है सिस्टम कि फेडरल गवर्नमेंट करती है, सेक्टर में है वैकेंसी है नहीं है, ज़रूरत है नहीं है, वो नहीं देखते हैं, वो एक लेवल पे अपना वो इशू कर देते हैं। सूबे अगर तय करने लगे कि भाई मुझे सिर्फ हेल्थ केयर वर्कर्स ही चाहिए, मुझे टीचर्स नहीं चाहिए, वो एप्लीकेंट्स पे कहाँ जाएंगे जो एलिजिबल होंगे? तो यहाँ पे एक थोड़ा सा ट्रिकी मुझे दिख रहा है कि अगर प्रोविंसेस को इजाज़त दे दी जाए कि वो अपने लेवल पे वर्क परमिट्स इशू करे, मुझे मेरे ख्याल से कुछ बीच में सेटल करना होगी, कुछ हम देंगे कुछ आप लोग देंगे। ਮੈਨੂੰ ਲੱਗਦਾ ਮੈਂ ਨਹੀਂ ਇਹ ਤੁਹਾਡੀ ਸਿਚੁਏਸ਼ਨ ਦੇ ਵਿੱਚ ਨਾ ਜਿੰਨੀ ਮੈਨੂੰ ਸਮਝ ਲੱਗਦੀ ਹੈ, ਮੈਨੂੰ ਲੱਗਦਾ ਵੀ ਜਦੋਂ PNP ਦੇ ਪ੍ਰੋਗਰਾਮ ਦੀ ਗੱਲ ਆ ਨਾ, ਉਦੋਂ ਸੂਬਿਆਂ ਨੂੰ ਕੋਲੇ ਅਧਿਕਾਰ ਹੋਣੇ ਚਾਹੀਦੇ ਆ। ਆਈ ਐਗਰੀ ਵਿਦ ਦਿਸ ਥਿੰਗ, ਕਿਉਂਕਿ ਸਾਡੇ ਕੋਲੇ BC ਦੇ ਸੈਕਟਰ ਦੇ ਵਿੱਚ ਸਾਨੂੰ ਰੈਸਟੋਰੈਂਟ ਦੇ ਵਿੱਚ ਕੰਮ ਕਰਨ ਵਾਲੇ ਵੀ ਚਾਹੀਦੇ ਨੇ। ਤੁਸੀਂ ਵਿਸਲਰ ਚਲ ਜਾਓ, ਪੈਂਬਰਟਨ ਵਾਲੇ ਪਾਸੇ ਜਾਂਦੇ, ਆਪਣੇ ਹੁਣ ਜਿੰਨੇ ਵੀ ਜਾਈ ਜਾਓਗੇ ਅੱਗੇ ਦੀ ਅੱਗੇ ਪੰਜਾਬੀ ਬੰਦੇ, ਮੁੰਡੇ, ਕੁੜੀਆਂ ਕੰਮ ਕਰਦੇ ਆ। ਤੇ ਸੋ ਜਦੋਂ PNP ਪ੍ਰੋਗਰਾਮ ਦੀ ਗੱਲ ਆਉਂਦੀ ਆ, ਆਈ ਥਿੰਕ ਪ੍ਰੋਵਿੰਸਸ ਸ਼ੁੱਡ ਹੈਵ ਰਾਈਟ, ਤੇ ਉਹ ਡਿਸਾਈਡ ਕਰ ਸਕਦੀਆਂ ਨੇ ਕਿ ਭਾਈ ਅਸੀਂ ਕਿੰਨਿਆਂ ਨੂੰ ਇੱਥੇ ਆਪਣੇ ਵਰਕ ਪਰਮਿਟ ਦੇਣੇ ਨੇ। ਬਟ ਜਦੋਂ ਅਸਾਈਲਮ ਸੀਕਰਸ ਨੂੰ ਵਰਕ ਪਰਮਿਟ ਦੇਣ ਦੀ ਗੱਲ ਆਊਗੀ, ਆਈ ਥਿੰਕ ਜਿਹੜਾ ਸ਼ਿਕੰਜਾ ਉਹ ਹਜੇ ਵੀ ਫੈਡਰਲ ਸਰਕਾਰ ਦੇ ਕੋਲ ਹੀ ਰਹਿਣਾ ਚਾਹੀਦਾ। ਦੈਟਸ ਵਟ ਆਈ ਥਿੰਕ।
ਬਾਕੀ ਉਹਨਾਂ ਨੂੰ ਕੰਮ ਤਾਂ ਜ਼ਰੂਰ ਕਰਨਾ ਚਾਹੀਦਾ। ਜਦ ਆਪਣੇ ਵਰਗਾ ਬੰਦਾ, ਹਰ ਕੋਈ ਆਮ ਖਾਸ ਬੰਦਾ ਕੰਮ ਕਰਦਾ, ਆਪਾਂ ਟੈਕਸ ਪੇ ਕਰਦੇ ਹਾਂ, ਤਾਂ ਫਿਰ ਵਿਹਲੇ ਬਹਿ ਕੇ ਖਾਣ ਵਾਲਾ ਤਾਂ ਇਹ ਮੁਲਕ ਹੈ ਨਹੀਂਗਾ। ਸੋ ਜੇ ਉਹ ਕੰਮ ਕਰਨਾ, ਉਹਨਾਂ ਨੂੰ ਕੰਮ ਕਰਨ, ਸਗੋਂ ਵਧੀਆ ਗੱਲ ਆ। ਜੇ ਆਪਾਂ ਉਹਨਾਂ ਨੂੰ ਹੋਟਲਾਂ 'ਚ ਰੱਖਣਾ ਤਾਂ ਫਿਰ ਉਹਨਾਂ ਨੇ ਕੰਮ ਕਿੱਥੇ करने ਆ। हाँ, ये बात है। मैं बस थोड़ा सा शायद सेल्फिश होकर भी सोच रहा था, क्योंकि अगर फर्ज कीजिए मैं एक हिस्टोरियन हूँ, अब मुझे यूनिवर्सिटी में या किसी कॉलेज में शायद दाखिल मिल जाए, पढ़ाने के लिए कोई नौकरी मिल जाए, सूबे के पास टीचिंग में नहीं है, लेकिन उनका हेल्थ केयर में है या फिर टेक्निकल क्लास में है, वो तो मुझे नहीं देगी परमिट, तो लेकिन फेडरल गवर्नमेंट दे देती नहीं। ਫੈਡਰਲ ਗਵਰਨਮੈਂਟ ਤੁਹਾਨੂੰ ਕਹੋਗੀ ਤੁਸੀਂ ਮੈਂ ਨਹੀਂ ਕੁਬੈਕ ਆ ਕੇ ਕੰਮ ਕਰਨਾ। हाँ, फिर फ्रेंच सीख के मुझे जाना पड़ेगा। ਮੈਂ ਵੀ ਰਾਈਟ, ਪਰ ਸੈਂਸ ਇਸ ਹਿਸਾਬ ਨਾਲ ਬਣਦੀ ਵੀ ਆ ਜਦੋਂ ਪੀਐਨਪੀ ਦਾ ਪ੍ਰੋਗਰਾਮ ਹੈ ਨਾ, ਕੋਈ ਉਹਦੇ 'ਚ ਸੂਬੇ ਤੈਅ ਕਰ ਸਕਦੇ ਆ, ਬਟ ਫੈਡਰਲ ਪੱਧਰ ਦੇ ਉੱਤੇ ਅਸਾਈਲਮ ਸੀਕਰਸ ਦੇ ਲਈ ਆਈ ਡੋਂਟ ਥਿੰਕ ਦੈਟ ਦਿਸ ਵਿਲ ਬੀ any feasible or any viable, I mean, let's see. जो दूसरी बात वो कह रहे हैं वो भी इम्पोर्टेंट है कि जो फेडरल गवर्नमेंट का शेयर होता है कि रेफ्यूजीज के लिए, असाइलम सीकर्स का जो है होटल का खर्चा, उसका एक हिस्सा, बड़ा हिस्सा शायद फेडरल गवर्नमेंट देती है और दूसरा हिस्सा प्रोविंस देती है। वो कह रहे हैं कि हमारा भी वो पेंडिंग अकाउंट है, पैसा मिल नहीं रहा है, तो वो भी एक मेरे ख्याल से एक क्लैश या फ्रिक्शन आने वाले दिनों में हो सकता है इस पैसे को लेकर। उन्होंने ज़्यादा इलेबोरेट नहीं किया, बल्कि वो एक दूसरा मुद्दा है, उसके बारे में हम कभी और बात करेंगे, ऐसे बोल दिया। लेकिन ये पैसा नहीं मिलना टाइम पर, प्रोविंसेस को नाराज़गी भी है, खास करके अल्बर्टा जैसे प्रोविंस में, लेकिन अल्बर्टा में शायद बहुत ज़्यादा रेफ्यूजीज जाते भी ਬਹੁਤ ਜ਼ਿਆਦਾ ਜਾਂਦੇ ਨਹੀਂ। ਸਭ ਤੋਂ ਵੱਧ ਦੇਖੋ ਤੁਸੀਂ ਦੇਖਦੇ ਹੋ ਤਾਂ ਕੁਬੈਕ ਦੇ ਵਿੱਚ ਨੇ। ਕੁਬੈਕ ਦਾ ਇੱਕ ਪੂਰਾ ਏਰੀਆ ਮੈਂ ਦੇਖਿਆ, ਲਸਾਲ ਵਾਲਾ ਪਾਸਾ ਸਾਰਾ, ਲਵੈਲ ਵਾਲਾ ਪਾਸਾ, ਉੱਥੇ ਸਾਰੇ ਰੈਫਿਊਜੀਜ਼ ਨੇ। ਉੱਥੇ ਮੌਂਟਰੀਅਲ ਦੇ ਵਿੱਚ ਖਾਸ ਤੌਰ ਦੇ ਉੱਤੇ ਆਪਣੇ ਹਰ ਇੱਕ ਕਮਿਊਨਿਟੀ ਦਾ ਕੋਈ ਨਾ ਕੋਈ ਖਾਸ ਇੱਦਾਂ ਦੇ ਪਾਰਕਸ ਬਣੇ ਹੋਏ ਨੇ, ਰੈਕ ਸੈਂਟਰ ਬਣੇ ਹੋਏ ਨੇ, ਜਿੱਥੇ ਪਤਾ ਵੀ ਸਿਰਫ ਤੇ ਸਿਰਫ ਉੱਥੇ ਅਸਾਈਲਮ ਸੀਕਰਸ ਹੀ ਨੇ ਜਿਹੜੇ ਲੋਕੀ ਉੱਥੇ ਰਹਿੰਦੇ ਨੇ। ਕੁਬੈਕ ਤੋਂ ਬਾਅਦ ਦੇ ਵਿੱਚ ਅਗਲੀ ਗਿਣਤੀ, ਜਿੰਨਾ ਵੱਡਾ ਸੂਬਾ ਉਹਦੇ 'ਚ ਉਨੀ ਖਪਤ ਆ, ਉਨਾ ਹੀ ਉੱਥੇ ਲੋਕ ਨੇ ਜਿਹੜੇ ਉਹ ਕੱਚੇ ਉੱਥੇ ਰਹਿੰਦੇ ਨੇ। ਉਦੋਂ ਬਾਅਦ 'ਚ ਓਨਟਾਰੀਓ ਦੇ ਵਿੱਚ ਨੇ, ਅਲਬਰਟਾ 'ਚ ਬਹੁਤ ਘੱਟ ਨੇ। ਪਰ ਹੁਣ ਉਹੀ ਸਰਕਾਰ ਦਾ ਇੱਕ ਫੰਡਾ ਇਹ ਵੀ ਹੋਣਾ ਚਾਹੀਦਾ ਨਾ ਕਿ ਜਿਹੜੇ ਲੋਕੀ ਉੱਥੇ ਅਸਾਈਲਮ ਸੀਕਰਸ ਨੇ ਉਹਨਾਂ ਨੂੰ ਬਰਾਬਰ ਦੇ ਤਰੀਕੇ ਦੇ ਨਾਲ ਵੰਡਿਆ ਜਾਵੇ। ਕੁਬੈਕ ਦੇ ਜਿਹੜੇ ਪ੍ਰੀਮੀਅਰ ਨੇ ਆਪਣੇ ਲਗਾਓ, ਉਹ ਵੀ ਕਿਉਂ ਕਹਿੰਦੇ ਨੇ ਕਿ ਉਹ ਕਹਿੰਦੇ ਅਸੀਂ ਇਦੋਂ ਵੱਧ ਭਾਰ ਝੱਲ ਹੀ ਨਹੀਂ ਸਕਦੇ, ਬਿਕਾਜ਼ ਕੁਬੈਕ ਤਾਂ ਸਾਰਾ ਹੀ ਰਿਫਿਊਜੀਆਂ ਦੇ ਉੱਤੇ ਆ। ਜਿਹੜਾ ਮੌਂਟਰੀਅਲ ਵਾਲਾ ਪਾਸਾ ਤਾਂ ਸਾਰਾ, ਜਿਹੜੇ ਲੋਕੀ ਉੱਥੇ ਰਹਿੰਦੇ ਵੀ ਨੇ, ਸਾਰੇ ਹੈ ਹੀ ਰਿਫਿਊਜੀਜ਼ ਨੇ ਜਿਹੜੇ, ਤੇ ਉਹਨਾਂ ਦੇ ਵਿੱਚ ਹੁਣ ਤੁਸੀਂ ਜਦੋਂ ਉਹਨਾਂ ਦੇ ਕੋਲ ਕੰਮ ਨਹੀਂ ਉਹਨਾਂ ਨੇ ਕਰਨਾ, ਤੇ ਉੱਥੇ ਉਹਨਾਂ ਨੇ ਪਰ ਸਰਵਿਸਿਜ਼ ਤਾਂ ਤੁਸੀਂ ਉੱਦਾਂ ਹੀ ਯੂਜ਼ ਕਰਨੀਆਂ। ਤੁਸੀਂ ਬੱਸ ਵੀ ਚੜ੍ਹਨਾ, ਤੁਸੀਂ ਕਿਤੇ ਵੀ ਜਾਓਗੇ ਕੋਈ ਸਰਵਿਸ ਵਰਤੋਗੇ। ਬਿਲਕੁਲ। ਸੋ ਪ੍ਰੋਪਰ ਇਹਦੀ ਵੰਡ ਹੋਣੀ ਚਾਹੀਦੀ ਹੈ ਕਿ ਕਿੱਥੇ ਕਿੱਥੇ ਲੋਕ ਜਿਹੜੇ ਨੇ ਰਹਿ ਸਕਦੇ ਨੇ, ਜਿਹੜੇ ਕੱਚੇ ਨੇ, ਰਾਦਰ ਦੈਨ ਕਿ ਕੋਈ ਘਰ ਦੇ ਵਿੱਚ ਬੋਝ ਪਈ ਜਾਵੇ ਤੇ ਲੋਕੀ ਕੰਮ ਵੀ ਨਾ ਕਰਦੇ ਹੋਣ, ਇਕੋਨਮੀ 'ਚ ਵੀ ਨਾ ਕੋਈ ਵਾਧਾ ਕਰਦੇ ਹੋਣ, सर्विसेज यूज करते हों। तो आप बेसिकली चाहती हैं कि फेडरल गवर्नमेंट ही कंट्रोल करे इस चीज़ को, प्रोविंसेस चलिए उनके अपनी ज़रूरतें हैं, लेकिन अभी शायद थोड़ा सा यहाँ पर और सोचने की ज़रूरत है, ना कि फोर्ट साहब की तरह ऐलान कर देने की भाई हम तो it will take some time, quite a bit long time. I mean ਇੰਨੀ ਛੇਤੀ ਫੈਸਲਾ ਨਹੀਂ ਇਹਦੇ ਤੇ ਕੋਈ ਵੀ ਹੋ ਸਕਦਾ, ਬਿਕਾਜ਼ ਕਨਸਟੀਟਿਊਸ਼ਨ ਦਾ ਇੱਕ ਸੈਕਸ਼ਨ ਆ ਜਿਹਦੇ ਥਰੂ ਤੁਸੀਂ ਇਹ ਸਾਰੀਆਂ ਚੀਜ਼ਾਂ ਕਰ ਸਕਦੇ ਹੋ ਕਿ ਸੂਬੇ ਜਿਹੜੇ ਨੇ ਕਨਸਟੀਟਿਊਸ਼ਨ ਦਾ ਸੈਕਸ਼ਨ 25 ਦੇ ਤਹਿਤ ਜਾ ਕੇ ਸੂਬੇ ਆਪਣੀ ਮਰਜ਼ੀ ਦੇ ਨਾਲ ਵਰਕ ਪਰਮਿਟ ਇਸ਼ੂ ਕਰ ਸਕਦੇ ਨੇ, ਪਰ ਕਿੰਨੇ ਕੁ ਰਾਈਟ ਹੋਣਗੇ ਉਹਨਾਂ ਦੇ ਕੋਲੇ, ਉਹਦੇ ਵਿੱਚ ਵੀ ਬਹੁਤ ਸਾਰੀਆਂ ਲਿਮਿਟੇਸ਼ਨਸ ਨੇ ਜਿਹੜੀਆਂ ਆਈ ਥਿੰਕ ਦੇ ਵਿਲ ਕਮ ਵਿਦ ਸਮ ਟਾਈਮ। ਤੇ ਬਾਕੀ ਹਲੇ ਸਤੰਬਰ ਅਕਤੂਬਰ ਤੱਕ ਤਾਂ ਕੁਝ ਹੋਣਾ ਵੀ ਨਹੀਂ। देन लेट्स सी। मनदीप जी, ये अहम जानकारी और ये अहम गुफ्तगू करने के लिए आपका बहुत शुक्रिया, टाइम देने के लिए। बहुत शुक्रिया मैनी, तुसी सद्या अपने शो दे उत्ते। थैंक यू।